ਪੂਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਸਿੱਖੀ ਦਾ ਮਾਰਗ ਪ੍ਰਗਟ ਕਰ ਰਹੇ ਸਨ। ਬਹੁਤ ਸੰਗਤਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਰਹੇ ਸਨ। ਇੱਕ ਦਿਨ ਭਾਈ ਬੱਲੂ ਨੇ ਖੜੇ ਹੋ ਕੇ ਬੇਨਤੀ ਕੀਤੀ, ਹੇ ਪ੍ਰਭੂ ਜੀ, ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਸਿੱਖਾਂ ਦੀ ਪੀੜਾ ਨੂੰ ਦੂਰ ਕਰਨ ਵਾਲੇ ਹੋ। ਚਾਰ ਜਾਤਾਂ ਦੇ ਸਾਰੇ ਲੋਕ ਇਸ ਨਗਰ ਵਿੱਚ ਵਸਣ ਵਾਸਤੇ ਆਏ ਹਨ। ਪੂਰੇ ਘਰ ਬਣੇ ਨਹੀਂ ਹਨ। ਇਸ ਕਰਕੇ ਇਹ ਲੋਕ ਬਹੁਤ ਵਿਆਕੁਲ ਹੋ ਗਏ ਹਨ। ਆਪ ਜੀ ਦੇ ਚਰਨਾਂ ਦੇ ਭਰੋਸੇ ਇਹ ਆ ਕੇ ਵਸੇ ਹਨ। ਸੁੰਦਰ ਘਰ ਦੇ ਬਗੈਰ ਸੁੱਖ ਪ੍ਰਾਪਤ ਨਹੀਂ ਹੁੰਦਾ। ਜੇ ਆਪ ਜੀ ਦੀ ਹੁਣ ਕਿਰਪਾ ਹੋਵੇ ਤਾਂ ਸਾਰੇ ਘਰ ਉਸਾਰੇ ਜਾਣ, ਤਾਂ ਕਿ ਇਸਤਰੀ ਮਨੁੱਖ ਸੁੱਖ ਪਾ ਕੇ ਆਪਣੇ ਪਰਿਵਾਰਾਂ ਵਿੱਚ ਰਹਿ ਸਕਣ। ਹੋਰ ਸਾਰੀਆਂ ਵਸਤਾਂ ਪ੍ਰਾਪਤ ਹਨ, ਪਰ ਇਮਾਰਤੀ ਲੱਕੜੀ ਨਹੀਂ ਮਿਲਦੀ। ਲੰਮੀ ਦਿਆਰ ਦੀ ਲੱਕੜੀ ਬਗੈਰ ਹੋਰ ਘਰਾਂ ਦੀ ਕਿਵੇਂ ਉਸਾਰੀ ਹੋਵੇ। ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੀ ਉਸਾਰੀ ਕਰ ਰਹੇ ਸਨ। ਇਸ ਲਈ ਉਸ ਵਕਤ ਉਹਨਾਂ ਨੂੰ ਬਹੁਤ ਲੱਕੜ ਦੀ ਜ਼ਰੂਰਤ ਪੈ ਗਈ ਸੀ। ਸੋ ਉਹ ਸਾਰੇ ਆਪ ਜੀ ਦੀ ਸ਼ਰਨ ਆਏ ਹਨ। ਉਹਨਾਂ ਨੂੰ ਹੋਰ ਕਿਸੇ ਤੇ ਵਿਸ਼ਵਾਸ ਨਹੀਂ। ਸਦਾ ਕਾਠ ਬਾਰੇ ਗੱਲਾਂ ਕਰਦੇ ਰਹਿੰਦੇ ਹਨ, ਪਰ ਆਪ ਜੀ ਦੇ ਪਾਸ ਨਹੀਂ ਆਉਂਦੇ। ਇਹ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਦਿਲਾਸਾ ਦੇ ਕੇ ਕਿਹਾ, ਹੁਣ ਬਹੁਤ ਲੱਕੜੀ ਆਵੇਗੀ, ਉਹ ਹੁਣ ਆਪਣੇ ਘਰ ਉਸਾਰ ਲੈਣ। ਗੁਰੂ ਜੀ ਦੇ ਭਰਾ ਦਾ ਇੱਕ ਪੁੱਤਰ ਸੀ, ਜਿਸ ਦਾ ਨਾਂ ਸਾਵਨ ਮਲ ਸੀ। ਉਸ ਨੂੰ ਆਪਣੇ ਪਾਸ ਬੁਲਾ ਕੇ ਸੁੱਖਾਂ ਦੇ ਘਰ ਭਾਵ ਗੁਰੂ ਜੀ ਬੋਲੇ, ਜਿੱਥੇ ਹਰੀਪੁਰ ਰਾਜੇ ਦਾ ਰਾਜ ਹੈ ਉੱਥੇ ਜਾਓ। ਲੰਮੀ ਦਿਆਰ ਦੇ ਜੋ ਗੱਠੇ ਹਨ ਉਹ ਆਪਣੇ ਨਗਰ ਗੋਇੰਦਵਾਲ ਲੈ ਕੇ ਆਓ। ਉਸ ਲੱਕੜ ਦੇ ਵਿਹੜੇ ਬਣਾ ਕੇ ਦਰਿਆ ਬਿਆਸ ਵਿੱਚ ਸੁੱਟ ਦਿਓ। ਜਾਓ, ਹੁਣ ਦੇਰ ਨਾ ਕਰੋ, ਛੇਤੀ ਉੱਥੇ ਜਾਓ। ਜਦ ਲੱਕੜ ਦੇ ਵਿਹੜੇ ਇੱਥੇ ਆਉਣਗੇ ਤਾਂ ਸਾਡੇ ਮਰਦ ਉਹਨਾਂ ਨੂੰ ਦਰਿਆ ਵਿੱਚੋਂ ਕੱਢ ਲੈਣਗੇ। ਫਿਰ ਉਸ ਇਮਾਰਤੀ ਲੱਕੜ ਨੂੰ ਲੈ ਕੇ ਆਪਣੇ ਵਸਣ ਵਾਸਤੇ ਘਰ ਬਣਾ ਲੈਣਗੇ। ਇਹ ਸੁਣ ਕੇ ਭਾਈ ਸਾਵਨ ਮੱਲ ਦੋਵੇਂ ਹੱਥ ਜੋੜ ਕੇ ਬੋਲਿਆ, ਧਨ ਤੋਂ ਬਗੈਰ ਲੱਕੜ ਕਿਵੇਂ ਆਵੇਗੀ? ਕੋਈ ਮਨੁੱਖ ਵੀ ਮੇਰੇ ਨਾਲ ਨਹੀਂ ਭੇਜ ਰਹੇ ਹੋ। ਇਕੱਲਾ ਉੱਥੇ ਜਾ ਕੇ ਮੈਂ ਕੀ ਉਪਾਅ ਕਰਾਂਗਾ? ਉਹ ਪਹਾੜੀ ਲੋਕ ਮੇਰਾ ਕਿਹਾ ਕਿਵੇਂ ਮੰਨਣਗੇ? ਪਹਾੜੀ ਲੋਕ ਗੁਰ ਮਹਿਮਾ ਜਾਣਦੇ ਨਹੀਂ। ਮੈਂ ਲੱਕੜ ਦੇ ਵਿਹੜੇ ਕਿਵੇਂ ਲਿਆਉਣ ਦਾ ਯਤਨ ਕਰਾਂਗਾ? ਜਿਸ ਤਰ੍ਹਾਂ ਤੁਸੀਂ ਮੈਨੂੰ ਸਮਝਾਓ ਉਸ ਤਰ੍ਹਾਂ ਮੈਂ ਲੈ ਕੇ ਆਵਾਂ। ਜੇ ਮੇਰੇ ਵਿੱਚ ਕੋਈ ਕਰਾਮਾਤ ਹੋਵੇ ਤਾਂ ਮੈਂ ਰਾਜੇ ਨੂੰ ਜਾ ਕੇ ਵਿਖਾਵਾਂ। ਫਿਰ ਉਸ ਦੇਸ਼ ਨੂੰ ਸਿੱਖ ਬਣਾਵਾਂ ਤੇ ਸਾਰੇ ਮੇਰੀ ਆਗਿਆ ਦੀ ਪਾਲਣਾ ਕਰਨ। ਫਿਰ ਬਹੁਤ ਦਿਆਰ ਜਿੰਨੀ ਆਪ ਨੇ ਕਹੀ ਹੈ ਲੈ ਕੇ ਆਵਾਂ। ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਉਸ ਦੇ ਆਸ਼ੇ ਨੂੰ ਸਮਝ ਕੇ ਬੋਲੇ, ਜਿਸ ਤਰ੍ਹਾਂ ਤੂੰ ਚਿੱਤ ਵਿੱਚ ਚਾਹੁੰਦਾ ਹੈ ਉਸ ਤਰ੍ਹਾਂ ਹੀ ਤੇਰੇ ਪਾਸੋਂ ਹੋ ਜਾਏਗਾ। ਜਦ ਭਾਈ ਸਾਵਨ ਮੱਲ ਦੀ ਮਾਂ ਨੇ ਆਪਣੇ ਕੰਨਾਂ ਨਾਲ ਇਹ ਗੱਲ ਸੁਣੀ ਤਾਂ ਉਹ ਦਿਲ ਵਿੱਚ ਬਹੁਤ ਡਰ ਗਈ, ਕਿਉਂਕਿ ਉਹ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦੀ ਸੀ। ਉਸ ਦੇ ਹੱਥ ਪੈਰ ਕੰਬਣ ਲੱਗੇ ਤੇ ਦਿਲ ਧੜਕਣ ਲੱਗਾ ਤੇ ਚੱਲ ਕੇ ਸਤਿਗੁਰੂ ਜੀ ਦੇ ਪਾਸ ਆ ਗਈ ਤੇ ਇਸ ਤਰ੍ਹਾਂ ਬੋਲੀ, ਖੜੀ ਹੋ ਕੇ ਹੱਥ ਜੋੜ ਕੇ ਕੰਬਦੀ ਹੋਈ ਕਹਿਣ ਲੱਗੀ, ਮੇਰਾ ਕੇਵਲ ਇੱਕ ਪੁੱਤ ਹੈ। ਪਹਾੜਾਂ ਤੇ ਬਹੁਤ ਡੈਣਾਂ ਰਹਿੰਦੀਆਂ ਹਨ। ਮੈਂ ਬਹੁਤ ਵਾਰ ਸੁਣਿਆ ਹੈ ਮੇਰੇ ਪੁੱਤ ਦਾ ਕਲੇਜਾ ਕੱਢ ਕੇ ਖਾ ਜਾਣਗੀਆਂ। ਉਸ ਸਥਾਨ ਨੂੰ ਇੱਕ ਪ੍ਰਦੇਸ਼ ਹੀ ਸਮਝੋ। ਜਦ ਉਸਦੇ ਪ੍ਰਾਣਾਂ ਨੂੰ ਨੁਕਸਾਨ ਪੁੱਜੇਗਾ ਤਾਂ ਕਿਸੇ ਪ੍ਰਕਾਰ ਦੀ ਸਹਾਇਤਾ ਵੀ ਕੰਮ ਨਹੀਂ ਆਏਗੀ। ਮੈਨੂੰ ਇੱਕ ਪੁੱਤ ਵਾਲੀ ਜਾਣ ਕੇ ਮੇਰੇ ਉੱਤੇ ਆਪਣੀ ਦਇਆ ਕਰੋ, ਜਿਸ ਕਾਰਨ ਇਹ ਜਿਉਂਦਾ ਰਹੇ ਅਤੇ ਮੈਨੂੰ ਅਧਿਕ ਸੁੱਖ ਪ੍ਰਾਪਤ ਹੋਵੇ। ਇਸ ਨੂੰ ਪਛਾਣ ਨਹੀਂ ਹੈ। ਖੋਟੀ ਚਾਲ ਵਾਲੀਆਂ ਡੈਣਾਂ ਇਸ ਨੂੰ ਭਰਮਾ ਲੈਣਗੀਆਂ। ਫਿਰ ਕਿਵੇਂ ਵਾਪਸ ਘਰ ਨੂੰ ਆਏਗਾ, ਜਿੱਥੇ ਬਹੁਤ ਵਿਘਨ ਹਨ। ਪੁੱਤਰ ਦੇ ਪਿਆਰ ਵਿੱਚ ਭਿੱਜੇ ਹੋਏ ਡਰ ਵਾਲੇ ਸ਼ਬਦ ਸੁਣ ਕੇ ਕਿਰਪਾ ਦੇ ਭੰਡਾਰ ਭਾਵ ਗੁਰੂ ਜੀ ਮੁਸਕਰਾਏ ਅਤੇ ਬਹੁਤ ਕੁਝ ਕਹਿ ਕੇ ਉਸ ਨੂੰ ਪ੍ਰਵਾਸਾ ਦਿੱਤਾ। ਤੇਰੇ ਪੁੱਤਰ ਨੂੰ ਭੂਤਾਂ ਪ੍ਰੇਤਾਂ ਤੋਂ ਕੋਈ ਭੈ ਨਹੀਂ ਹੈ। ਡੈਣਾਂ ਵਿਚਾਰੀਆਂ ਕੀ ਕਰਨਗੀਆਂ? ਇਸ ਵਿੱਚ ਇਤਨਾ ਵੱਡਾ ਬਲ ਉਤਪੰਨ ਹੋਇਆ ਹੈ। 52 ਵੀਰ ਅਤੇ ਜੋਗਣੀਆਂ
ਇਸ ਦੀ ਆਗਿਆ ਮੰਨਦੀਆਂ ਹਨ। ਸਾਰੇ ਦੇਵਤੇ ਅਤੇ ਦੈਂਤ ਇਸ ਨੇ ਜਿੱਤ ਲਏ ਹਨ, ਜਿਹੜੇ ਇਸ ਦਾ ਭਾਰੀ ਡਰ ਮੰਨਦੇ ਹਨ। ਇਸ ਵਿੱਚ ਮਹਾਨ ਸ਼ਕਤੀ ਆ ਗਈ ਹੈ, ਤੈਨੂੰ ਬਿਲਕੁਲ ਡਰਨਾ ਨਹੀਂ ਚਾਹੀਦਾ। ਇਹ ਸੁਣ ਕੇ ਸਾਵਨ ਮੱਲ ਦੇ ਮਾਤਾ ਜੀ ਕੁਝ ਪਰਿਭਾਸ਼ਾ ਕਰਕੇ ਅਤੇ ਦੀਨ ਬਣ ਕੇ ਘਰ ਨੂੰ ਚਲੇ ਗਏ। ਫਿਰ ਗੁਰੂ ਜੀ ਨੇ ਸਾਵਨ ਮੱਲ ਨੂੰ ਬੁਲਾ ਕੇ ਆਪਣੇ ਪਾਸ ਬਿਠਾਇਆ ਅਤੇ ਹੱਥ ਸਾਫ਼ ਕਰਨ ਵਾਲਾ ਇੱਕ ਰੁਮਾਲ ਗੁਰੂ ਜੀ ਨੇ ਉੱਪਰ ਚੁੱਕਿਆ। ਫਿਰ ਸਾਵਨ ਮੱਲ ਨੂੰ ਸਮਝਾ ਕੇ ਉਸ ਨੂੰ ਦੇ ਦਿੱਤਾ ਅਤੇ ਕਿਹਾ, ਇਸ ਰੁਮਾਲ ਵਿੱਚ ਬਹੁਤ ਵੱਡੀ ਕਰਾਮਾਤ ਹੈ। ਜੇ ਚਾਹੋ ਕਿ ਕਿਸੇ ਨੂੰ ਮਾਰਨਾ ਹੈ ਤਾਂ ਉਹ ਮਰ ਜਾਏਗਾ, ਜੇ ਚਾਹੋ ਮਰੇ ਹੋਏ ਨੂੰ ਜਿਉਂਦਾ ਕਰਾਂ ਤਾਂ ਉਹ ਜੀ ਪਵੇਗਾ। ਜਿਸ ਗੱਲ ਦੀ ਵੀ ਚਿੱਤ ਵਿੱਚ ਚਾਹ ਹੋਵੇ, ਇਸ ਰੁਮਾਲ ਪਾਸੋਂ ਲੈ ਲਵੋ। ਸਾਰੇ ਦੇਵਤੇ ਅਤੇ ਦੈਂਤ ਆਦਰ ਕਰਨਗੇ। ਜੋ ਵੀ ਚਾਹ ਹੋਵੇ ਕਹਿ ਦਿਓ। ਇਹ ਕਰਾਮਾਤ ਦੀ ਥੈਲੀ ਹੈ। ਸ਼ੰਕਾ ਰਹਿਤ ਹੋ ਕੇ ਇਸ ਗੱਲ ਨੂੰ ਮੰਨੋ। ਪਹਿਲਾਂ ਉਸ ਦੇਸ਼ ਵਿੱਚ ਆਪਣੇ ਸਿੱਖ ਬਣਾਓ, ਫਿਰ ਆਪਣਾ ਕੰਮ ਉਹਨਾਂ ਨੂੰ ਦੱਸੋ। ਪਹਾੜੀਏ ਵਿਚਾਰੇ ਕੌਣ ਹਨ ਜਿਹੜੇ ਤੇਰੀ ਆਗਿਆ ਨਹੀਂ ਮੰਨਣਗੇ? ਤਿੰਨਾਂ ਲੋਕਾਂ ਤੇ ਤੇਰਾ ਹੁਕਮ ਚੱਲੇਗਾ, ਕੋਈ ਵੀ ਤੇਰੀ ਆਗਿਆ ਨੂੰ ਮੋੜੇਗਾ ਨਹੀਂ। ਭਾਈ ਸਾਵਨ ਮੱਲ ਰੁਮਾਲ ਨੂੰ ਲੈ ਕੇ ਦਿਲ ਵਿੱਚ ਬਹੁਤ ਖੁਸ਼ ਹੋਇਆ। ਹੱਥ ਜੋੜ ਕੇ ਬੋਲਿਆ, ਹੇ ਪ੍ਰਭੂ ਜੀ, ਹੁਣ ਸਾਰਾ ਕੰਮ ਬਣ ਜਾਏਗਾ। ਪਹਾੜੀਏ ਕਰਾਮਾਤ ਵੇਖ ਕੇ ਮੰਨ ਜਾਣਗੇ। ਜਦ ਰੁਮਾਲ ਨੂੰ ਲੈ ਕੇ ਆਪਣੇ ਸਿਰ ਉੱਤੇ ਰੱਖਿਆ ਤਾਂ ਸਾਰੇ ਕਪਾਟ ਖੁੱਲ੍ਹ ਗਏ। ਸਾਰੀਆਂ ਸਿੱਧੀਆਂ ਨੂੰ ਅੱਗੇ ਖੜੀ ਵੇਖਿਆ ਅਤੇ ਵੱਡਾ ਠਾਠ ਬਣ ਗਿਆ। ਨਮਸਕਾਰ ਕਰਕੇ ਆਪਣੇ ਘਰ ਮਾਤਾ ਜੀ ਅਤੇ ਹੋਰ ਪਰਿਵਾਰ ਨੂੰ ਮਿਲਣ ਵਾਸਤੇ ਚਲੇ ਗਿਆ। ਸਾਰਿਆਂ ਨੂੰ ਜਾ ਕੇ ਇਹ ਕਹਿ ਕੇ ਧੀਰਜ ਦਿੱਤਾ, ਮੈਨੂੰ ਵੱਡਾ ਆਸਰਾ ਮਿਲਿਆ ਹੈ। ਹੁਣ ਮਨ ਵਿੱਚ ਕੋਈ ਚਿੰਤਾ ਨਾ ਕਰੋ, ਮੈਨੂੰ ਬਹੁਤ ਉੱਚੀ ਪਦਵੀ ਮਿਲੀ ਹੈ। ਪਰਿਵਾਰ ਨੂੰ ਛੱਡ ਕੇ ਫਿਰ ਆਪਣੇ ਰਸਤੇ ਪੈ ਗਿਆ। ਹੌਲੀ ਹੌਲੀ ਚੱਲਦਾ ਸਾਰੇ ਰਸਤੇ ਪਾਰ ਕਰ ਗਿਆ ਅਤੇ ਹਰੀਪੁਰ ਸ਼ਹਿਰ ਦੇ ਨੇੜੇ ਪਹੁੰਚ ਗਿਆ। ਉੱਥੇ ਜਾ ਕੇ ਸੁੰਦਰ ਪਹਾੜਾਂ ਨੂੰ ਵੇਖਿਆ। ਉੱਥੇ ਸੁੰਦਰ ਵਨ, ਬਾਗ ਅਤੇ ਚਾਰ ਚੁਫੇਰੇ ਹਰਿਆਵਲ ਸੀ। ਪੱਤੇ, ਫਲ, ਫੁੱਲਾਂ ਦੇ ਸਮੂਹ ਭਾਈ ਸਾਵਨ ਮੱਲ ਨੇ ਵੇਖੇ। ਨਿਰਮਲ ਜਲ ਅਤੇ ਪਹਾੜੀ ਫੁਹਾਰੇ ਚੱਲ ਰਹੇ ਸਨ ਅਤੇ ਅਨੇਕਾਂ ਪੰਛੀ ਉੱਥੇ ਰਹਿ ਰਹੇ ਸਨ। ਕਈ ਤਰ੍ਹਾਂ ਦੇ ਮਨੁੱਖ ਅਤੇ ਇਸਤਰੀਆਂ ਉੱਥੇ ਘੁੰਮ ਫਿਰ ਰਹੀਆਂ ਸਨ ਅਤੇ ਕਾਫੀ ਸੁੰਦਰ ਇਸਤਰੀਆਂ ਉਸ ਦੇਸ਼ ਵਿੱਚ ਵਸ ਰਹੀਆਂ ਸਨ। ਧਰਤੀ ਉੱਤੇ ਉਸ ਦੇਸ਼ ਵਰਗਾ ਹੋਰ ਕੋਈ ਵੀ ਦੇਸ਼ ਨਹੀਂ ਹੈ। ਰਾਜੇ ਦੀ ਰਾਜਧਾਨੀ ਵਿੱਚ ਰਹਿ ਰਹੇ ਸਾਰੇ ਮਨੁੱਖ ਧਨਵਾਨ ਸਨ। ਉਸ ਸਥਾਨ ਦੀ ਵੱਡੀ ਸੁੰਦਰਤਾ ਵੇਖ ਕੇ ਭਾਈ ਸਾਵਨ ਮੱਲ ਮਹਿਲਾਂ ਦੇ ਨੇੜੇ ਪਹੁੰਚ ਗਿਆ। ਉਸਨੇ ਆਪਣੇ ਕੰਨਾਂ ਨਾਲ ਸੁਣਿਆ ਕਿ ਰੋਣ ਦੀ ਬੜੀ ਉੱਚੀ ਆਵਾਜ਼ ਆ ਰਹੀ ਹੈ। ਸੈਂਕੜੇ ਲੋਕਾਂ ਨੇ ਮਿਲ ਕੇ ਹਾਹਾਕਾਰ ਮਚਾਈ ਹੋਈ ਹੈ। ਇੱਕ ਮਰਦ ਨੂੰ ਪੁੱਛਿਆ, ਕੀ ਹੋਇਆ? ਲੋਕ ਕਿਉਂ ਰੋ ਰਹੇ ਹਨ? ਸਾਰਾ ਨਗਰ ਦੁਖੀ ਹੈ ਅਤੇ ਸਾਰਿਆਂ ਦੇ ਹਿਰਦੇ ਬੜੇ ਦੁੱਖ ਨਾਲ ਭਰੇ ਹੋਏ ਹਨ। ਕਿਹੜਾ ਐਡਾ ਵੱਡਾ ਵਿਘਨ ਪਿਆ ਹੈ? ਸਾਰੇ ਨਰ ਨਾਰੀ ਵਿਆਕੁਲ ਹਨ, ਕੋਈ ਵੀ ਖੁਸ਼ ਨਜ਼ਰ ਨਹੀਂ ਆ ਰਿਹਾ। ਸਾਰੇ ਇੱਕੋ ਜਿਹੇ ਦੁਖੀ ਦਿਖਾਈ ਦੇ ਰਹੇ ਹਨ। ਤਦ ਉਸ ਮਰਦ ਨੇ ਸਾਰਾ ਹਾਲ ਸੁਣਾਇਆ। ਜਿਹੜਾ ਨਗਰ ਦਾ ਰਾਜਾ ਹੈ, ਉਸ ਦਾ ਇੱਕੋ ਇੱਕ ਪੁੱਤਰ ਸੀ ਜਿਹੜਾ ਬਹੁਤ ਹੀ ਸੁੰਦਰ ਸੀ। ਹਲੇ ਜਵਾਨ ਹੀ ਹੋਣ ਲੱਗਾ ਸੀ। ਜਿਸ ਨੂੰ ਵੇਖ ਕੇ ਰਾਜਾ ਜਿਉਂਦਾ ਸੀ। ਉਹ ਵੱਡੀ ਮਹਾਰਾਣੀ ਦਾ ਵੀ ਪਿਆਰਾ ਸੀ। ਅੱਜ ਉਸ ਦੀ ਮੌਤ ਹੋ ਗਈ ਹੈ। ਇਸ ਕਰਕੇ ਸਾਰੇ ਲੋਕ ਵਿਆਕੁਲ ਹੋ ਗਏ ਹਨ। ਰਾਜੇ ਨੇ ਪੱਗ ਲਾ ਦਿੱਤੀ ਹੈ, ਸਿਰ ਪਿੱਟਦਾ ਹੈ, ਕੋਈ ਸੋਝੀ ਨਹੀਂ ਰਹੀ ਹੈ ਅਤੇ ਬੇਹੋਸ਼ ਹੋ ਗਿਆ ਹੈ। ਉਸ ਤਰ੍ਹਾਂ ਰਾਣੀ ਵੀ ਵੱਡੀ ਆਤੁਰ ਹੋਈ ਹੈ ਅਤੇ ਹਿਰਦਾ ਭਾਰੀ ਦੁੱਖ ਨਾਲ ਭਰਿਆ ਪਿਆ ਹੈ। ਜੇ ਰਾਜਾ ਇੰਨਾ ਦੁਖੀ ਹੋਵੇ, ਫਿਰ ਪ੍ਰਜਾ ਕਿਵੇਂ ਪ੍ਰਸੰਨ ਹੋਵੇ? ਸਾਰਿਆਂ ਦੇ ਹਿਰਦੇ ਅਫਸੋਸ ਵਿੱਚ ਡੁੱਬੇ ਹੋਏ ਹਨ। ਰਾਜਾ ਸੁਖੀ ਹੋਵੇ ਤਾਂ ਪ੍ਰਜਾ ਸੁਖੀ ਹੁੰਦੀ ਹੈ, ਰਾਜਾ ਦੁਖੀ ਹੋਵੇ ਤਾਂ ਪ੍ਰਜਾ ਦੁਖੀ ਹੁੰਦੀ ਹੈ। ਇਸ ਤਰ੍ਹਾਂ ਸਾਰੇ ਮਨੁੱਖ ਵਿਆਕੁਲ ਹੋ ਰਹੇ ਹਨ, ਰੋਣ ਦਾ ਸ਼ਬਦ ਉਠਾ ਰਹੇ ਹਨ, ਭਾਵ ਵਰਲਾਪ ਕਰ ਰਹੇ ਹਨ। ਇਹ ਸੁਣ ਕੇ ਭਾਈ ਸਾਵਨ ਮੱਲ ਨੇ ਚਿੱਤ ਵਿੱਚ ਸੋਚਿਆ ਕਿ ਇਹ ਕਰਾਮਾਤ ਵਿਖਾਉਣ ਦਾ ਅਸਲ ਥਾਂ ਹੈ। ਰਾਜੇ ਦਾ ਇੱਕ ਲੜਕਾ
ਜ਼ਿੰਦਾ ਕਰਨ ਨਾਲ ਸਾਰੇ ਲੋਕ ਮੇਰੀ ਚਰਨੀ ਲੱਗਣਗੇ। ਸਾਰੇ ਪ੍ਰੇਮ ਧਾਰਨ ਕਰਕੇ ਮੇਰੇ ਸੇਵਕ ਹੋਣਗੇ ਅਤੇ ਸਾਰੇ ਸੇਵਾ ਕਰਨਗੇ। ਇਸ ਤੋਂ ਚੰਗੀ ਹੋਰ ਕੋਈ ਵਿਧੀ ਹੱਥ ਨਹੀਂ ਆਉਣੀ। ਸਾਧ ਸੰਗਤ ਜੀ, ਜਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਹੁੰਦੇ ਹਨ, ਉਹਨਾਂ ਕੋਲ ਸਾਰੀਆਂ ਕਰਾਮਾਤਾਂ ਹੁੰਦੀਆਂ ਹਨ, ਪਰ ਉਹ ਮਨੁੱਖਤਾ ਦੇ ਭਲੇ ਵਾਸਤੇ ਉਹਨਾਂ ਦਾ ਇਸਤੇਮਾਲ ਕਰਦੇ ਹਨ। ਕਿਸੇ ਦੇ ਬੁਰੇ ਜਾਂ ਆਪਣੇ ਫਾਇਦੇ ਵਾਸਤੇ ਇਹਨਾਂ ਕਰਾਮਾਤਾਂ ਦਾ ਇਸਤੇਮਾਲ ਨਹੀਂ ਕਰਦੇ। ਇਸੇ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਲੋਕਾਂ ਦੀ ਭਲਾਈ ਹਿੱਤ ਭਾਈ ਸਾਵਨ ਮੱਲ ਨੂੰ ਇਹ ਰੁਮਾਲ ਦੇ ਕੇ ਭੇਜਿਆ ਸੀ ਤਾਂ ਕਿ ਜ਼ਰੂਰਤ ਵੇਲੇ ਇਸ ਤੋਂ ਕੰਮ ਲੈ ਸਕੇ। ਸੋ ਇਸ ਤਰ੍ਹਾਂ ਭਾਈ ਸਾਵਨ ਮੱਲ ਦਿਲ ਵਿੱਚ ਪ੍ਰਸੰਨ ਹੋ ਕੇ ਰਾਜੇ ਦੇ ਮਹਿਲਾਂ ਦੇ ਸਾਹਮਣੇ ਦਰਵਾਜ਼ੇ 'ਤੇ ਚਲਾ ਗਿਆ, ਜਿੱਥੇ ਰਾਣੀ ਕੂੰਜਾਂ ਵਾਂਗ ਕੁਰਲਾ ਰਹੀ ਸੀ, ਆਪਣੇ ਸਿਰ ਦੇ ਵਾਲ ਪੁੱਟ ਰਹੀ ਸੀ ਤੇ ਕੱਪੜਿਆਂ ਨੂੰ ਵੀ ਸੰਭਾਲ ਨਹੀਂ ਸੀ ਰਹੀ। ਹੱਥਾਂ ਦੀਆਂ ਤਲੀਆਂ ਨੂੰ, ਮੂੰਹ ਸਿਰ ਤੇ ਪੱਟਾਂ ਨੂੰ ਮਾਰਦੀ ਹੋਈ ਵਿਟ ਰਹੀ ਸੀ। ਅੱਤ ਦੁਖੀ ਹੋ ਕੇ ਵਿਰਲਾਪ ਕਰ ਰਹੀ ਸੀ ਤੇ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਜਿੱਥੇ ਕਿੱਥੇ ਹਾਹਾਕਾਰ ਮਚੀ ਹੋਈ ਸੀ ਤੇ ਉੱਚੀ ਉੱਚੀ ਰੋਣ ਦੀ ਆਵਾਜ਼ ਆ ਰਹੀ ਸੀ। ਰਾਜਾ ਮਹਾਵਿਆਕੁਲ ਹੋ ਕੇ ਬੇਹੋਸ਼ ਪਿਆ ਸੀ ਤੇ ਮੰਤਰੀ ਵਿਰਲਾਪ ਕਰ ਰਹੇ ਸਨ। ਆਪਸ ਵਿੱਚ ਕੋਈ ਵੀ ਕਿਸੇ ਨੂੰ ਧੀਰਜ ਨਹੀਂ ਸੀ ਦੇ ਰਿਹਾ। ਸਾਰੇ ਇੱਕੋ ਜਿਹਾ ਦੁੱਖ ਪਾ ਰਹੇ ਸਨ। ਕਈ ਧਰਤੀ 'ਤੇ ਲੇਟ ਕੇ ਮਰੇ ਹੋਏ ਦੇ ਗੁਣ ਯਾਦ ਕਰ ਰਹੇ ਸਨ। ਰਾਜਕੁਮਾਰ ਦੀ ਸ਼ਕਲ ਬਹੁਤ ਸੁੰਦਰ ਸੀ ਤੇ ਸਾਰਿਆਂ ਨੂੰ ਉਹ ਸੁੱਖ ਦਿੰਦੇ ਸਨ। ਰਾਜੇ, ਰਾਣੀ, ਪਰਜਾ ਅਤੇ ਵਜ਼ੀਰਾਂ ਸਾਰਿਆਂ ਦਾ ਉਹ ਇੱਕ ਆਸਰਾ ਸੀ, ਜਿਹੜਾ ਕਿ ਪ੍ਰਭੂ ਨੂੰ ਚੰਗਾ ਨਹੀਂ ਲੱਗਾ ਹੈ। ਸਾਰਿਆਂ ਨੂੰ ਅੱਤ ਦੁਖੀ ਵੇਖ ਕੇ ਭਾਈ ਸਾਵਨ ਮੱਲ ਦੇ ਮਨ ਵਿੱਚ ਦਇਆ ਆਈ ਅਤੇ ਆਪਣੇ ਸਵਾਰਥ ਹਿੱਤ ਉਸਨੇ ਆਪਣੇ ਮਨ ਵਿੱਚ ਸੋਚਿਆ ਅਤੇ ਫੈਸਲਾ ਕਰ ਲਿਆ। ਰਾਜੇ ਦੇ ਪਾਸ ਬੈਠੇ ਇੱਕ ਵਜ਼ੀਰ ਨੂੰ ਉਸਨੇ ਆਪਣੇ ਪਾਸ ਬੁਲਾਇਆ। ਉਸਨੂੰ ਇਕਾਂਤ ਵਿੱਚ ਲਿਜਾ ਕੇ ਕਿਹਾ, ਵੱਡਾ ਕਹਿਰ ਹੋਇਆ ਹੈ। ਮੈਂ ਗੁਰੂ ਜੀ ਦੀ ਕਿਰਪਾ ਨਾਲ ਇਸ ਨੂੰ ਜ਼ਿੰਦਾ ਕਰ ਦਿੰਦਾ ਹਾਂ। ਸਾਰੇ ਮੇਰੇ ਸਿੱਖ ਹੋਣ, ਸਿੱਖੀ ਪ੍ਰਗਟ ਕਰਾਂਗਾ। ਪਹਿਲਾਂ ਰਾਜਾ ਸਿੱਖ ਬਣੇ, ਫਿਰ ਵਜ਼ੀਰ ਅਤੇ ਸੈਨਾ, ਫਿਰ ਸਾਰੀ ਪ੍ਰਜਾ ਪਹੁਲ ਪੀਵੇ। ਮੇਰੀ ਇਹ ਗੱਲ ਰਾਜੇ ਨੂੰ ਦੱਸੋ। ਇਹ ਸੁਣ ਕੇ ਵਜ਼ੀਰ ਬਹੁਤ ਪ੍ਰਸੰਨ ਹੋਇਆ ਤੇ ਰਾਜੇ ਦੇ ਪਾਸ ਗਿਆ ਅਤੇ ਉਸ ਨੂੰ ਜਾ ਕੇ ਦੱਸਿਆ, ਇੱਕ ਵੱਡਾ ਸੰਤ ਆਇਆ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ ਅਤੇ ਇਸ ਤਰ੍ਹਾਂ ਕਹਿੰਦਾ ਹੈ, ਜੇ ਰਾਜਾ ਮੇਰਾ ਸਿੱਖ ਹੋਣਾ ਮੰਨ ਲਵੇ ਤਾਂ ਮੈਂ ਰਾਜੇ ਦੇ ਪੁੱਤਰ ਨੂੰ ਫੌਰਨ ਜਿਉਂਦਾ ਕਰ ਦਿਆਂਗਾ। ਬਾਅਦ ਵਿੱਚ ਸਾਰੇ ਮੇਰੇ ਸਿੱਖ ਹੋ ਕੇ ਸਿੱਖੀ ਪ੍ਰਗਟ ਕਰੋ। ਇਹ ਸੁਣ ਕੇ ਰਾਜੇ ਨੇ ਇੰਜ ਮਹਿਸੂਸ ਕੀਤਾ ਜਿਵੇਂ ਉਸਦੇ ਕੰਨਾਂ ਵਿੱਚ ਕਿਸੇ ਨੇ ਅੰਮ੍ਰਿਤ ਪਾ ਦਿੱਤਾ ਹੋਵੇ। ਉਸਨੇ ਕਿਹਾ, ਅਸੀਂ ਸਾਰੇ ਉਸਦੇ ਸਿੱਖ ਹੋ ਜਾਵਾਂਗੇ। ਉਹ ਸਾਡਾ ਗੁਰਦੇਵ ਹੈ। ਰਾਜਕੁਮਾਰ ਨੂੰ ਆ ਕੇ ਜੀਵਤ ਕਰ ਦੇਣ, ਫਿਰ ਜਿਵੇਂ ਉਹ ਆਗਿਆ ਕਰਨਗੇ ਅਸੀਂ ਸਦਾ ਹੀ ਉਹਨਾਂ ਦੀ ਆਗਿਆ ਅਨੁਸਾਰ ਸੇਵਾ ਕਰਨ ਦੀ ਅਭਿਲਾਸ਼ਾ ਰੱਖਾਂਗੇ। ਉਸ ਪ੍ਰਾਣਾਂ ਦੇ ਦਾਤੇ ਨੂੰ ਕਿਸੇ ਦੇਰ ਬਗੈਰ ਛੇਤੀ ਲਿਆਓ, ਨਹੀਂ ਤਾਂ ਅਸੀਂ ਸਾਰੇ ਆਪਣੇ ਪੁੱਤਰ ਦੇ ਨਾਲ ਹੀ ਮਰ ਜਾਵਾਂਗੇ। ਵਜ਼ੀਰ ਦੌੜ ਕੇ ਭਾਈ ਸਾਵਨ ਮੱਲ ਨੂੰ ਮਿਲਿਆ ਅਤੇ ਉਹਨਾਂ ਨੂੰ ਰਾਜੇ ਨਾਲ ਮਿਲਾ ਦਿੱਤਾ। ਚਰਨਾਂ 'ਤੇ ਬੰਦਨਾ ਕਰਕੇ ਰਾਜੇ ਨੇ ਉਹਨਾਂ ਨੂੰ ਬੜੇ ਸਨਮਾਨ ਨਾਲ ਬਿਠਾਇਆ। ਫਿਰ ਰਾਜੇ ਨੇ ਕਿਹਾ, ਸਾਡੇ ਪੁੱਤਰ ਨੂੰ ਪ੍ਰਾਣਾਂ ਵਾਲਾ ਭਾਵ ਜਿਉਂਦਾ ਕਰ ਦਿਓ। ਅਸੀਂ ਸਾਰੇ ਤੁਹਾਡੀ ਆਗਿਆ ਅਨੁਸਾਰ ਹਾਂ। ਦਿਨ ਰਾਤ ਤੁਹਾਡੀ ਸੇਵਾ ਕਰਾਂਗੇ। ਅਸੀਂ ਤੁਹਾਡੇ ਸੇਵਕ ਹਾਂ। ਤਦ ਭਾਈ ਸਾਵਨ ਮੱਲ ਨੇ ਕਿਹਾ, ਮੁਰਦੇ ਨੂੰ ਲਿਆਓ, ਭੀੜ ਸਦਾ ਹਟਾ ਦਿਓ ਤੇ ਸਾਰਿਆਂ ਨੂੰ ਸ਼ਾਂਤੀ ਨਾਲ ਬਿਠਾਓ। ਵਾਹਿਗੁਰੂ ਦਾ ਸਿਮਰਨ ਕਰੋ ਅਤੇ ਰੋਣਾ ਬੰਦ ਕਰੋ। ਸਤਿਗੁਰੂ 'ਤੇ ਵਿਸ਼ਵਾਸ ਕਰਕੇ ਹਿਰਦੇ ਵਿੱਚ ਧੀਰਜ ਧਾਰਨ ਕਰਕੇ ਸਭ ਪ੍ਰਸੰਨ ਹੋਵੋ। ਮਰੇ ਹੋਏ ਰਾਜੇ ਦੇ ਪੁੱਤਰ ਨੂੰ ਝੱਟ ਚੁੱਕ ਕੇ ਲਿਆਏ ਅਤੇ ਸਾਵਨ ਮੱਲ ਦੇ ਅੱਗੇ ਰੱਖ ਕੇ ਬਹੁਤ ਹੈਰਾਨ ਹੋਏ। ਰਾਜਕੁਮਾਰ ਦੇ ਮੁਖ ਤੋਂ ਕੱਪੜਾ ਹਟਾਇਆ ਤੇ ਫਿਰ ਪਾਣੀ ਮੰਗਵਾਇਆ। ਫਿਰ ਉਸ ਰੁਮਾਲ ਦੀ ਇੱਕ ਕੰਨੀ ਹੱਥ ਨਾਲ ਧੋਤੀ। ਰੁਮਾਲ ਦੀ ਕੰਨੀ ਧੋਣ ਨਾਲ ਜਿਹੜਾ ਜਲ ਨਿਕਲਿਆ ਉਸ ਨੂੰ ਰਾਜਕੁਮਾਰ ਦੇ ਮੂੰਹ ਵਿੱਚ ਪਾਇਆ। ਜਦ ਉਹ ਜਲ ਮੁਖ ਵਿੱਚ ਪਿਆ ਤਾਂ ਸਤਿਨਾਮ ਦਾ ਸ਼ਬਦ ਉਚਾਰਿਆ। ਜਦ ਫਿਰ ਰੁਮਾਲ ਨੂੰ ਮੁਰਦੇ ਦੇ ਸਿਰ ਨੂੰ ਛੁਹਾਇਆ ਤਾਂ ਪ੍ਰਾਣ ਵਾਪਸ ਆ ਗਏ।
ਜਿਵੇਂ ਸੰਜੀਵਨੀ ਬੂਟੀ ਜਲ ਨਾਲ ਘਸਾ ਕੇ ਲਛਮਣ ਦੇ ਮੂੰਹ ਵਿੱਚ ਪਾਈ ਹੋਵੇ, ਉਸ ਤਰ੍ਹਾਂ ਹੀ ਕੰਵਰ ਜੀਵਤ ਹੋ ਗਿਆ ਤੇ ਅੱਖਾਂ ਦੀਆਂ ਪਲਕਾਂ ਨੂੰ ਉਸਨੇ ਖੋਲ੍ਹਿਆ। ਰਾਜਾ ਉਸੇ ਵੇਲੇ ਬਾਹਾਂ ਪਸਾਰ ਕੇ ਮਿਲਿਆ ਤੇ ਰਾਣੀ ਨੇ ਮੁਖੜਾ ਚੁੰਮਿਆ। ਕੰਵਰ ਉਸੇ ਵੇਲੇ ਪ੍ਰਿਥਵੀ ਦਾ ਤਲ ਛੱਡ ਕੇ ਉੱਠ ਖਲੋਤਾ। ਸਾਰਿਆਂ ਦੇ ਘਰਾਂ ਵਿੱਚ ਵੱਡਾ ਆਨੰਦ ਛਾ ਗਿਆ ਤੇ ਅਨੇਕ ਪ੍ਰਕਾਰ ਦੇ ਮੰਗਲ ਗਾਉਣ ਲੱਗੇ। ਰਾਜੇ ਨੇ ਬਹੁਤ ਵੱਡਾ ਉਤਸ਼ਾਹ ਕੀਤਾ ਤੇ ਗਰੀਬਾਂ ਨੂੰ ਬਹੁਤ ਧਨ ਦਿੱਤਾ। ਪਹਿਲਾਂ ਜਿੱਥੇ ਕਿੱਥੇ ਰੌਣਾ ਧੋਣਾ ਹੋ ਰਿਹਾ ਸੀ, ਹੁਣ ਉੱਥੇ ਮਹਾਮੰਗਲ ਹੋ ਰਿਹਾ ਸੀ। ਰਾਜਾ ਰਾਣੀ ਆਪਣੇ ਵਜ਼ੀਰਾਂ ਸਮੇਤ ਫੌਰਨ ਭਾਈ ਸਾਵਨ ਮੱਲ ਦੇ ਅੱਗੇ ਆਏ, ਹੱਥ ਜੋੜ ਕੇ ਨਜ਼ਰਾਨੇ ਭੇਟ ਕੀਤੇ ਅਤੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ। ਚੌਰ ਝਲਾਉਂਦੇ ਸਨ, ਸ੍ਰੇਸ਼ਟ ਜਸ ਵਧਾ ਰਹੇ ਸਨ ਅਤੇ ਮੱਥਾ ਪੈਰਾਂ 'ਤੇ ਧਰ ਕੇ ਸੀਸ ਨਿਵਾ ਰਹੇ ਸਨ। ਪਾਲਕੀ ਵਿੱਚ ਬਿਠਾ ਕੇ ਆਪਣੇ ਮਹਿਲਾਂ ਅੰਦਰ ਇੱਕ ਸੁੰਦਰ ਸਥਾਨ 'ਤੇ ਲਿਆਏ। ਬੜੇ ਅਦਬ ਨਾਲ ਉਹਨਾਂ ਨੂੰ ਠਹਿਰਾਇਆ ਅਤੇ ਸਭ ਕੁਝ ਖਾਣ ਪੀਣ ਨੂੰ ਦਿੱਤਾ। ਬੜਾ ਕੀਮਤੀ ਇੱਕ ਪਲੰਘ ਢੁਹਾਇਆ ਅਤੇ ਸਾਰਿਆਂ ਨੇ ਆ ਕੇ ਬੰਦਨਾ ਕੀਤੀ। ਇਸ ਤਰ੍ਹਾਂ ਕਈ ਪ੍ਰਕਾਰ ਦੀ ਸੇਵਾ ਅਤੇ ਮਹਿਮਾ ਕੀਤੀ। ਉਹਨਾਂ ਦੇ ਇਸ ਕੌਤਕ ਨੂੰ ਵੇਖ ਕੇ ਸਾਰੇ ਹੈਰਾਨ ਸਨ ਅਤੇ ਕਹਿ ਰਹੇ ਸਨ, ਇਹਨਾਂ ਦੇ ਗੁਰੂ ਜੀ ਹਰ ਤਰ੍ਹਾਂ ਨਾਲ ਮਹਾਂ ਸਮਰੱਥ ਹਨ, ਜਿਨ੍ਹਾਂ ਨੇ ਰਾਜੇ ਦਾ ਮੁਰਦਾ ਪੁੱਤਰ ਜੀਵਿਤ ਕਰ ਦਿੱਤਾ ਹੈ। ਕੁਝ ਦਿਨਾਂ ਬਾਅਦ ਰਾਜਾ ਸਿੱਖ ਹੋ ਗਿਆ ਅਤੇ ਬਾਅਦ ਵਿੱਚ ਸਾਰੇ ਸਿੱਖੀ ਦੇ ਪੰਥ ਵਿੱਚ ਆ ਗਏ। ਵਾਹਿਗੁਰੂ ਦਾ ਸਿਮਰਨ ਕਰਕੇ ਸੁੱਖ ਪਾਉਂਦੇ ਸਨ। ਚਿੱਤ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਸਨ। ਫਿਰ ਭਾਈ ਸਾਵਨ ਮੱਲ ਨੇ ਰਾਜੇ ਨੂੰ ਕਿਹਾ, ਸਾਡਾ ਘਰ ਬਿਆਸ ਦਰਿਆ ਦੇ ਕਿਨਾਰੇ 'ਤੇ ਹੈ। ਉੱਥੇ ਲੰਮੀਆਂ ਸ਼ਤੀਰੀਆਂ ਦੀ ਬਹੁਤ ਲੋੜ ਹੈ। ਇਸ ਲਈ ਵੱਡੀ ਗਿਣਤੀ ਵਿੱਚ ਸ਼ਤੀਰੀਆਂ ਇਕੱਠੀਆਂ ਕਰੋ। ਇਹਨਾਂ ਸ਼ਤੀਰੀਆਂ ਦੇ ਫਿਰ ਚੰਗੀ ਤਰ੍ਹਾਂ ਬੇੜੇ ਬੰਨ੍ਹ ਕੇ ਦਰਿਆ ਬਿਆਸ ਦੇ ਪਾਣੀ ਵਿੱਚ ਸੁੱਟ ਦਿਓ। ਕੁਝ ਤਾਰੂ ਮਨੁੱਖਾਂ ਨੂੰ ਨਾਲ ਭੇਜੋ ਤਾਂ ਕਿ ਹੌਲੀ ਹੌਲੀ ਤਰ ਕੇ ਵਹੀਰ ਪਾਉਣ ਭਾਵ ਚੱਲਦੇ ਜਾਣ। ਗੋਇੰਦਵਾਲ ਨਗਰ ਦੇ ਕਿਨਾਰੇ 'ਤੇ ਜਾ ਕੇ ਸਾਰੀਆਂ ਲੱਕੜਾਂ ਨੂੰ ਬਾਹਰ ਕੱਢ ਲੈਣਗੇ। ਹਰੀਪੁਰ ਦੇ ਰਾਜੇ ਨੇ ਇਸ ਤਰ੍ਹਾਂ ਸੁਣ ਕੇ ਬਹੁਤ ਆਦਮੀ ਲੱਕੜਾਂ ਕੱਟਣ ਵਾਸਤੇ ਲਾ ਦਿੱਤੇ। ਬਹੁਤ ਲੱਕੜੀ ਇਕੱਠੀ ਕਰਵਾ ਕੇ ਤਰਖਾਣਾ ਪਾਸੋਂ ਤਛਵਾ ਕੇ ਚਰਵਾ ਕੇ ਅਤੇ ਕਢਵਾ ਕੇ ਭਾਵ ਛਤੀਰੀਆਂ ਬਣਾ ਕੇ ਤਿਆਰ ਕਰਵਾ ਲਈ। ਉਹਨਾਂ ਛਤੀਰੀਆਂ ਦੇ ਫਿਰ ਬੇੜੇ ਬੰਨ੍ਹ ਕੇ ਕੁਝ ਮਨੁੱਖ ਨਾਲ ਦੇ ਕੇ ਦਰਿਆ ਬਿਆਸਾ ਵਿੱਚ ਠੇਲ ਦਿੱਤੇ। ਵੱਡੀ ਗਿਣਤੀ ਵਿੱਚ ਲੱਕੜਾਂ ਦੇ ਬੇੜੇ ਗੋਇੰਦਵਾਲ ਆ ਪਹੁੰਚੇ। ਜਦ ਗੁਰੂ ਜੀ ਨੇ ਲੱਕੜਾਂ ਦੇ ਬੇੜਿਆਂ ਨੂੰ ਵੇਖਿਆ ਤਾਂ ਉਹਨਾਂ ਨੇ ਬਾਹਰ ਕਢਵਾ ਲਏ ਅਤੇ ਆਪ ਖੜੇ ਹੋ ਕੇ ਲੱਕੜੀ ਵੰਡ ਦਿੱਤੀ। ਜਿੰਨੀ ਜਿੰਨੀ ਕੋਈ ਲੱਕੜ ਚਾਹੁੰਦਾ ਸੀ, ਓਨੀ ਓਨੀ ਉਸ ਨੂੰ ਦੇ ਦਿੱਤੀ ਤੇ ਉਹ ਲੈ ਕੇ ਆਪਣੇ ਆਪਣੇ ਥਾਂ ਚਲੇ ਗਏ। ਸਾਰੀਆਂ ਜਾਤਾਂ ਦੇ ਸਿੱਖਾਂ ਨੇ ਲੱਕੜੀ ਲੈ ਕੇ ਆਪਣੇ ਘਰ ਬਣਾ ਲਏ। ਜਿਹੜੇ ਹੋਰ ਵੀ ਕੋਈ ਉਸ ਨਗਰ ਵਿੱਚ ਵਸਣਾ ਚਾਹੁੰਦਾ ਸੀ, ਗੁਰੂ ਜੀ ਨੇ ਉਸ ਨੂੰ ਵੀ ਲੱਕੜੀ ਦੇ ਦਿੱਤੀ। ਘਰਾਂ ਦੀ ਜ਼ਮੀਨ ਵੇਖ ਕੇ ਗੁਰੂ ਜੀ ਖੜੇ ਹੋ ਗਏ, ਲੋੜ ਅਨੁਸਾਰ ਸਾਰਿਆਂ ਨੂੰ ਵੰਡ ਦਿੱਤੀ ਅਤੇ ਸਾਰੇ ਲੋਕ ਵੇਖ ਕੇ ਬਹੁਤ ਪ੍ਰਸੰਨ ਹੋਏ। ਜਿਹੜੀ ਜਿਹੜੀ ਜ਼ਮੀਨ ਗੁਰੂ ਜੀ ਨੇ ਉਹਨਾਂ ਨੂੰ ਦਿੱਤੀ ਸੀ, ਉਹਨਾਂ ਲੋਕਾਂ ਨੇ ਮੱਲ ਲਈ ਤੇ ਆਪ ਆਪਣੇ ਆਪਣੇ ਘਰ ਬਣਾ ਲਏ। ਇਸ ਤਰ੍ਹਾਂ ਸਾਰੇ ਲੋਕ ਸ਼੍ਰੀ ਗੋਬਿੰਦਵਾਲ ਸਾਹਿਬ ਵਿੱਚ ਚਿੰਤਾ ਰਹਿਤ ਹੋ ਕੇ ਵਸੇ। ਉਧਰ ਭਾਈ ਸਾਵਨ ਮੱਲ ਨੇ ਹਰੀਪੁਰ ਵਿੱਚ ਬੜੇ ਅਦਬ ਨਾਲ ਆਪਣਾ ਵਾਸਾ ਕਰ ਲਿਆ। ਜਿੱਥੇ ਉਸ ਦੀ ਬਹੁਤ ਵੱਡੀ ਮੰਨਤਾ ਹੁੰਦੀ ਸੀ, ਜਦ ਰਾਜਾ ਹੀ ਉਸ ਦੇ ਚਰਨ ਧੋਂਦਾ ਸੀ ਤਾਂ ਹੋਰਨਾਂ ਦੀ ਗਿਣਤੀ ਕੀ ਕੀਤੀ ਜਾਵੇ। ਲੋਕਾਂ ਦੇ ਸਮੂਹ ਮਿਲ ਮਿਲ ਕੇ ਬੰਦਨਾ ਕਰਦੇ ਸਨ, ਹੱਥ ਜੋੜ ਕੇ ਬਹੁਤ ਪ੍ਰੇਮ ਕਰਦੇ ਸਨ। ਜੋ ਵੀ ਕਾਮਨਾ ਧਾਰਨ ਕਰਕੇ ਆ ਕੇ ਮੰਗਦੇ ਸਨ, ਉਸ ਕਾਮਨਾ ਨੂੰ ਰੁਮਾਲ ਨਾਲ ਪੂਰੀ ਕਰ ਦਿੰਦੇ ਸਨ। ਕਈ ਪੁੱਤਰ ਅਤੇ ਧਨ ਦੀ ਕਾਮਨਾ ਕਰਦੇ ਸਨ ਅਤੇ ਕਈ ਸਰੀਰ ਦੀ ਅਰੋਗਤਾ ਦੀ ਕਾਮਨਾ ਕਰਦੇ ਸਨ। ਇਹੋ ਜਿਹੀਆਂ ਕਈ ਹੋਰ ਕਾਮਨਾਵਾਂ ਵੀ ਕਰਦੇ ਸਨ। ਜਦ ਪੂਰੀਆਂ ਹੋ ਜਾਂਦੀਆਂ ਸਨ ਤਾਂ ਬਹੁਤ ਪ੍ਰਸੰਨ ਹੋ ਜਾਂਦੇ ਸਨ। ਕਈ ਪ੍ਰਕਾਰ ਦੇ ਨਜ਼ਰਾਨੇ ਉਹਨਾਂ ਦੇ ਚਰਨਾਂ 'ਤੇ ਅਰਪਣ ਕਰਦੇ ਸਨ ਅਤੇ ਸਾਰੇ ਦੇਸ਼ ਦੇ ਲੋਕ ਜਸ ਉਚਾਰਨ ਕਰਦੇ ਸਨ। ਭਾਈ ਸਾਵਨ ਮੱਲ ਦੀ ਆਪਣੀ ਸਿੱਖੀ ਫੈਲੀ ਹੋਈ ਸੀ। ਲੋਕ ਕਰਾਮਾਤਾਂ ਵੇਖ ਵੇਖ ਹੈਰਾਨ ਰਹਿ ਰਹੇ ਸਨ। ਇਸ ਤਰ੍ਹਾਂ ਜਦ ਬਹੁਤ ਉੱਚੀ ਪਦਵੀ 'ਤੇ ਪਹੁੰਚ ਗਏ ਤਾਂ ਚਿੱਤ ਵਿੱਚ ਇਸ ਤਰ੍ਹਾਂ ਸੋਚਣ ਲੱਗੇ, ਗੁਰੂ ਜੀ ਦਾ ਸਾਰਾ ਕੰਮ ਸੰਵਰ ਗਿਆ ਹੈ। ਬਹੁਤ ਲੱਕੜੀ ਮੈਂ ਭੇਜ ਦਿੱਤੀ ਹੈ। ਨਗਰ ਦੇ ਸਾਰੇ ਘਰ ਤਿਆਰ ਹੋ ਜਾਣਗੇ।
ਬਾਅਦ ਵਿੱਚ ਕੁਝ ਬਾਕੀ ਰਹਿ ਜਾਣਗੇ। ਹੁਣ ਮੇਰੇ ਵਾਸਤੇ ਇਹ ਉਚਿਤ ਹੈ ਕਿ ਗੋਇੰਦਵਾਲ ਨੂੰ ਚੱਲਾਂ ਅਤੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਦਰਸ਼ਨ ਕਰਾਂ। ਤਾਂ ਵੀ ਉੱਥੇ ਜਾਣ ਵਿੱਚ ਇੱਕ ਚਿੰਤਾ ਹੈ ਕਿ ਇਸ ਰੁਮਾਲ ਕਰਕੇ ਹੀ ਮੈਂ ਕਰਾਮਾਤੀ ਹਾਂ। ਜੇ ਮੈਂ ਗੁਰੂ ਜੀ ਦੇ ਪਾਸ ਜਾਵਾਂਗਾ ਤਾਂ ਉਹ ਰੁਮਾਲ ਲੈ ਲੈਣਗੇ, ਕਿਉਂਕਿ ਉਹ ਸਮਝਣਗੇ ਕਿ ਜਿਸ ਕੰਮ ਵਾਸਤੇ ਇਹ ਦਿੱਤਾ ਸੀ ਉਹ ਕੰਮ ਪੂਰਾ ਹੋ ਗਿਆ ਹੈ। ਮੈਂ ਫਿਰ ਸ਼ਕਤੀਹੀਨ ਹੋ ਜਾਵਾਂਗਾ। ਫਿਰ ਬਾਅਦ ਵਿੱਚ ਕੋਈ ਵੀ ਮੇਰਾ ਇੱਜ਼ਤ ਮਾਣ ਨਹੀਂ ਕਰੇਗਾ। ਗੁਰੂ ਜੀ ਦੀ ਵਡਿਆਈ ਪ੍ਰਗਟ ਹੋਵੇਗੀ ਤੇ ਮੈਂ ਆਮ ਲੋਕਾਂ ਵਰਗਾ ਹੋ ਜਾਵਾਂਗਾ। ਇੱਥੇ ਰਹਿਣ ਨਾਲ ਹੀ ਗੱਲ ਬਣਦੀ ਹੈ। ਮੈਨੂੰ ਵੇਖ ਕੇ ਬਹੁਤ ਲੋਕ ਪੂਜਾ ਕਰਦੇ ਹਨ। ਰਾਜੇ ਤੋਂ ਲੈ ਕੇ ਆਮ ਲੋਕਾਂ ਤੱਕ ਸਾਰੇ ਮੇਰੀ ਬਹੁਤ ਸੇਵਾ ਕਰਦੇ ਹਨ ਅਤੇ ਮੈਨੂੰ ਅਨੇਕ ਪ੍ਰਕਾਰ ਦੇ ਨਜ਼ਰਾਨੇ ਭੇਟ ਕਰਦੇ ਹਨ। ਗੋਇੰਦਵਾਲ ਜਾ ਕੇ ਮੈਨੂੰ ਕੀ ਮਿਲਣਾ ਹੈ? ਇਸ ਥਾਂ ਹੀ ਗੁਰੂ ਬਣ ਕੇ ਰਹਿੰਦਾ ਹਾਂ। ਜੋ ਕੁਝ ਵੀ ਚਾਹੁੰਦਾ ਹਾਂ ਕਰਾਮਾਤ ਕਾਰਨ ਪ੍ਰਾਪਤ ਕਰ ਲੈਂਦਾ ਹਾਂ ਅਤੇ ਮੇਰੀ ਕੀਰਤੀ ਸਾਰੇ ਜਹਾਨ ਵਿੱਚ ਮਸ਼ਹੂਰ ਹੋਈ ਹੈ। ਇਸ ਤਰ੍ਹਾਂ ਚਿੱਤ ਵਿੱਚ ਦ੍ਰਿੜ ਕਰਕੇ ਉੱਥੇ ਹੀ ਠਹਿਰ ਗਿਆ। ਇਹ ਸੋਚਿਆ ਕਿ ਮੈਂ ਹੁਣ ਗੋਇੰਦਵਾਲ ਨਹੀਂ ਜਾਵਾਂਗਾ। ਉੱਥੇ ਰਹਿੰਦਿਆਂ ਜਦ ਕਈ ਮਹੀਨੇ ਬੀਤ ਗਏ ਤਾਂ ਵੱਡੇ ਅੰਤਰਜਾਮੀ ਗੁਰੂ ਜੀ ਜਾਣ ਗਏ ਕਿ ਉਹ ਵਿਕਾਰਾਂ ਵਾਲਾ ਹੋ ਗਿਆ ਹੈ। ਉਹਨਾਂ ਨੇ ਉਸੇ ਵੇਲੇ ਉਸ ਨੂੰ ਇੱਕ ਹੁਕਮਨਾਮਾ ਭੇਜਿਆ। ਹੁਕਮਨਾਮਾ ਪੜ੍ਹ ਕੇ ਝੂਠਾ ਬਹਾਨਾ ਲਿਖ ਦਿੱਤਾ, ਮੈਨੂੰ ਰਾਜਾ ਆਉਣ ਨਹੀਂ ਦਿੰਦਾ। ਕੁਝ ਦਿਨਾਂ ਬਾਅਦ ਮੈਂ ਆਪ ਜੀ ਦੇ ਦਰਸ਼ਨ ਕਰਾਂਗਾ। ਸਤਿਗੁਰੂ ਜੀ ਨੇ ਜਦ ਜਾਣਿਆ ਕਿ ਬਹਾਨਾ ਕੀਤਾ ਹੈ ਤਾਂ ਉਹਨਾਂ ਨੇ ਆਦੇਸ਼ ਕੀਤਾ, ਹੇ ਕਰਾਮਾਤੀ ਰੁਮਾਲ, ਸਾਨੂੰ ਤੂੰ ਗੋਇੰਦਵਾਲ ਚਾਹੀਦਾ ਹੈ, ਇਸ ਲਈ ਫੌਰਨ ਚੱਲ ਕੇ ਆ ਜਾ। ਗੁਰੂ ਜੀ ਦੇ ਚਿਤਾਰਦਿਆਂ ਹੀ ਰੁਮਾਲ ਗੁਰੂ ਜੀ ਦੇ ਪਾਸ ਪਹੁੰਚ ਗਿਆ ਤੇ ਸਾਵਨ ਮੱਲ ਖਾਲੀ ਰਹਿ ਗਿਆ। ਗੁਰੂ ਜੀ ਦੀ ਗਤੀ ਵੇਖ ਕੇ ਬਹੁਤ ਦੁਖੀ ਹੋਇਆ। ਸੋਚਿਆ, ਆਗਿਆ ਭੰਗ ਕਰਕੇ ਮੈਂ ਵੱਡਾ ਕੁਕਰਮ ਕਮਾਇਆ ਹੈ। 2-4 ਦਿਨ ਅਜਿਹੀ ਭੈੜੀ ਦਸ਼ਾ ਵਿੱਚ ਬੀਤੇ। ਫਿਰ ਮਨ ਵਿੱਚ ਇਸ ਤਰ੍ਹਾਂ ਸਮਝਿਆ, ਰਾਜਾ, ਰਾਣੀ, ਵਜ਼ੀਰ, ਪ੍ਰਜਾ ਆਦਿ ਸਭ ਛੱਡ ਕੇ ਹੁਣ ਮੈਂ ਚੱਲ ਕੇ ਗੁਰੂ ਜੀ ਦੇ ਚਰਨਾਂ 'ਤੇ ਜਾ ਕੇ ਡਿੱਗਦਾ ਹਾਂ, ਸਾਰੀ ਭੁੱਲ ਬਖਸ਼ਾਉਂਦਾ ਹਾਂ ਅਤੇ ਮਨ ਵਿੱਚ ਕੁਝ ਨਹੀਂ ਲਿਆਉਂਦਾ ਹਾਂ। ਸਾਰੀ ਸੰਗਤ ਦੇ ਜੁੜਿਆਂ ਚਰਨਾਂ 'ਤੇ ਮੱਥਾ ਟੇਕਾਂਗਾ ਅਤੇ ਸਥਿਰ ਹੋ ਕੇ ਬੇਨਤੀ ਕਰਾਂਗਾ। ਵੱਡਿਆਂ ਦੇ ਅਗਨੀ ਰੂਪੀ ਗੁੱਸੇ ਨੂੰ ਬੇਨਤੀ ਰੂਪ ਪਾਣੀ ਨਾਲ ਠੰਡਾ ਕਰਾਂਗਾ। ਸ਼ਾਂਤੀ ਕਿਸੇ ਹੋਰ ਉਪਾਅ ਨਾਲ ਪ੍ਰਾਪਤ ਨਹੀਂ ਹੋਣੀ। ਜੇ ਕੋਈ ਵਲਛਲ ਕਰਾਂਗਾ ਤਾਂ ਮਾਨੋ ਅੱਗ ਉੱਤੇ ਘਿਓ ਪਾਉਣ ਬਰਾਬਰ ਹੋਵੇਗਾ। ਇਹ ਮਤ ਦ੍ਰਿੜ ਕਰਕੇ ਰਾਜੇ ਨੂੰ ਕਿਹਾ, ਸਾਡੇ ਵੱਡੇ ਗੋਇੰਦਵਾਲ ਪ੍ਰਗਟ ਹਨ। ਉਹਨਾਂ ਦੀ ਕਿਰਪਾ ਪਾ ਕੇ ਮੈਂ ਇੱਥੇ ਆ ਕੇ ਵਸਿਆ ਸੀ ਤੇ ਸਭ ਨੂੰ ਸੁੱਖਾਂ ਦੀ ਦਾਤ ਦਿੱਤੀ ਸੀ। ਹੁਣ ਮੈਂ ਉਹਨਾਂ ਦੇ ਦਰਸ਼ਨ ਕਰਨ ਚੱਲਿਆ ਹਾਂ। ਤੁਸੀਂ ਵੀ ਚੱਲੋ ਅਤੇ ਉਹਨਾਂ ਦੇ ਚਰਨ ਕਮਲ ਪਰਸੋ। ਉਹਨਾਂ ਦਾ ਮੇਲ ਅਤ ਪਵਿੱਤਰ ਹੈ, ਜਿਸ ਕਾਰਨ ਲੋਕ ਪਰਲੋਕ ਭਲਾ ਹੋ ਜਾਂਦਾ ਹੈ। ਉੱਤਮ ਨਜ਼ਰਾਨੇ ਲੈ ਲਵੋ ਤੇ ਗੁਰੂ ਜੀ ਨੂੰ ਪ੍ਰਸੰਨ ਕਰਕੇ ਸੁਖ ਪ੍ਰਾਪਤ ਕਰੋ। ਸਾਰੀਆਂ ਰਾਣੀਆਂ, ਅਮੀਰ, ਵਜ਼ੀਰ ਅਤੇ ਸੈਨਾ, ਪ੍ਰਜਾ ਆਦਿ ਸਭ ਨੂੰ ਨਾਲ ਲੈ ਲਓ। ਰਾਜੇ ਨੇ ਹੱਥ ਜੋੜ ਕੇ ਭਾਈ ਸਾਵਨ ਮੱਲ ਦੀ ਗੱਲ ਮੰਨ ਲਈ ਅਤੇ ਸਾਰਿਆਂ ਨੂੰ ਨਾਲ ਲੈ ਕੇ ਜਾਣ ਨੂੰ ਤਿਆਰ ਹੋ ਗਿਆ। ਸਾਵਨ ਮੱਲ ਵਾਸਤੇ ਪਾਲਕੀ ਲਿਆਂਦੀ ਅਤੇ ਹਾਥੀਆਂ ਘੋੜਿਆਂ 'ਤੇ ਨਵੇਂ ਸਾਜ਼ ਕੱਸ ਲਏ। ਮਹਾਰਾਣੀ ਤੇ ਹੋਰ ਰਾਣੀਆਂ ਡੋਲੀਆਂ ਵਿੱਚ ਬੈਠ ਗਈਆਂ ਅਤੇ ਚੱਲ ਕੇ ਬਹੁਤ ਪ੍ਰਸੰਨ ਹੋਈਆਂ। ਸਾਰਿਆਂ ਦੇ ਮਨ ਵਿੱਚ ਬੜਾ ਉਮਾਹ ਸੀ, ਨਿਪੁੰਨ ਗੁਰੂ ਜੀ ਦੇ ਦਰਸ਼ਨ ਕਰਾਂਗੇ। ਹੌਲੀ ਹੌਲੀ ਚੱਲਦੇ ਸਾਰਾ ਪੈਂਡਾ ਮੁਕਾ ਲਿਆ ਤੇ ਗੋਇੰਦਵਾਲ ਨਗਰੀ ਵੱਲ ਆ ਗਏ, ਜਿੱਥੇ ਸਤਿਗੁਰੂ ਜੀ ਬਿਰਾਜਮਾਨ ਸਨ। ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਕੁਝ ਸ਼ਰਮਿੰਦਾ ਹੋਇਆ ਉਹਨਾਂ ਦੇ ਪਾਸ ਚਲਾ ਗਿਆ। ਗੁਰੂ ਜੀ ਦੇ ਚਰਨ ਕਮਲਾਂ 'ਤੇ ਸਿਰ ਧਰ ਕੇ ਬੰਦਨਾ ਕਰਨ ਨਾਲ ਦਿਲ ਵਿੱਚ ਪ੍ਰੇਮ ਦਾ ਪ੍ਰਕਾਸ਼ ਹੋਇਆ। ਮੈਂ ਆਪ ਜੀ ਦਾ ਸਿੱਖ ਅਤੇ ਪੁੱਤਰ ਬਰਾਬਰ ਸੇਵਕ ਹਾਂ। ਸਦਾ ਹੀ ਹਿਰਦੇ ਵਿੱਚ ਇੱਕ ਆਸ ਰਹਿੰਦੀ ਹੈ। ਛੋਟੇ ਵਿਗਾੜਦੇ ਹਨ, ਵੱਡੇ ਸੁਧਾਰ ਦਿੰਦੇ ਹਨ। ਮੈਨੂੰ ਆਪਣਾ ਜਾਣ ਕੇ ਮੁਆਫ ਕਰ ਦਿਓ। ਸਿੱਖਿਆ ਦੇ ਕੇ ਪੁੱਤਰ ਨੂੰ ਦਿਲਾਸਾ ਦਿਓ। ਮੇਰਾ ਕੋਈ ਵੀ ਔਗਣ ਆਪਣੇ ਮਨ ਵਿੱਚ ਨਾ ਧਾਰਨ ਕਰੋ। ਸਿੱਖ, ਸੇਵਕ ਅਤੇ ਪੁੱਤਰ ਕੁਝ ਵਿੱਚ ਖੋਟ ਵੇਖ ਕੇ ਵੱਡਿਆਂ ਵਿੱਚ ਲਾਜ ਪੈਦਾ ਹੁੰਦੀ ਹੈ, ਪਰ ਆਪਣਾ ਧਰਮ ਜਾਣ ਕੇ ਬਖਸ਼ ਦਿੰਦੇ ਹਨ। ਤੁਸੀਂ ਜਿਹੜੇ ਹਰ ਪ੍ਰਕਾਰ ਅੰਤਰਜਾਮੀ ਹੋ, ਮੈਂ ਹੋਰ ਕੀ ਕਹਾਂ, ਤੁਸੀਂ ਸਭ ਜਾਣਦੇ ਹੋ। ਇਹ ਕਹਿ ਕੇ ਦੋਵੇਂ ਹੱਥ ਜੋੜ ਕੇ ਖੜਾ ਰਿਹਾ। ਕਿਰਪਾ ਦੇ ਸਾਗਰ ਸਤਿਗੁਰੂ ਜੀ ਵੇਖ ਕੇ ਮੁਸਕਰਾਏ ਅਤੇ ਕਿਰਪਾ ਕਰਕੇ ਬੋਲੇ, ਮੇਰੇ ਜਿਹੜੇ ਸਿੱਖ, ਸੇਵਕ ਅਤੇ ਪੁੱਤਰ ਹਨ, ਮੈਂ ਉਹਨਾਂ ਦਾ ਕਲਿਆਣ ਕਰਨਾ ਚਾਹੁੰਦਾ ਹਾਂ।
ਤੇਰੇ ਮਨ ਵਿੱਚ ਹੰਕਾਰ ਦਾ ਰੋਗ ਵੱਧ ਗਿਆ ਸੀ। ਉਸ ਰੋਗ ਨੂੰ ਦੂਰ ਕਰਨ ਹਿੱਤ ਮੈਨੂੰ ਇਸ ਤਰ੍ਹਾਂ ਕਰਨਾ ਪਿਆ ਹੈ। ਚਿੱਤ ਵਿੱਚ ਚਿੰਤਾ ਕਰਕੇ ਰੁਮਾਲ ਵਾਪਸ ਲੈ ਲਿਆ, ਪਰ ਹੁਣ ਵੀ ਤੈਨੂੰ ਬਹੁਤ ਕੁਝ ਦਾਨ ਦਿਆਂਗਾ। ਦੇਸ਼ ਹਰੀਪੁਰ ਰਾਜੇ ਸਮੇਤ ਸਾਰੀ ਸੰਗਤ ਤੈਨੂੰ ਦੇ ਦਿੱਤੀ ਹੈ। ਗੁਰੂ ਬਣ ਕੇ ਸੁੱਖ ਭੋਗੋ। ਮੇਰੀ ਦਾਤ ਕਦੇ ਵੀ ਘਟੇਗੀ ਨਹੀਂ। ਕੁਸ਼ਲ ਪ੍ਰਸੰਨ ਰਹੋ ਅਤੇ ਸਭ ਕੁਝ ਪਾਓ। ਫਿਰ ਪਰਲੋਕ ਵਿੱਚ ਵੀ ਮੈਂ ਤੈਨੂੰ ਆਪਣੇ ਨੇੜੇ ਕਰ ਲਿਆ ਹੈ। ਨਿਰਭੈ ਹੋ ਕੇ ਫਿਰੋ। ਸਭ ਭੂਤ ਪ੍ਰੇਤ ਅਤੇ ਡੈਣਾ ਆਦਿ ਸਭ ਤੇਰੇ ਅਧੀਨ ਰਹਿਣਗੇ। ਜੇ ਸ਼ਕਤੀ ਯੁਕਤ ਵੀ ਆਪਣੀ ਸ਼ਕਤੀ ਨੂੰ ਗੁਪਤ ਰੱਖੇਗਾ ਤਾਂ ਮੇਰੀਆਂ ਸਭ ਬਖਸ਼ਿਸ਼ਾਂ ਤੇਰੇ ਪਾਸ ਆ ਜਾਣਗੀਆਂ। ਜਿਵੇਂ ਚਿੱਤ ਵਿੱਚ ਚਾਹੋ ਉਹਨਾਂ ਪਾਸੋਂ ਸੇਵਾ ਕਰਾਓ। ਤੇਰੀ ਆਗਿਆ ਨੂੰ ਕੋਈ ਮਿਟਾ ਨਹੀਂ ਸਕੇਗਾ। ਸਾਰੇ ਦਿਨ ਰਾਤ ਤੇਰੀ ਸੇਵਾ ਕਰਨਗੇ। ਮੇਰੀ ਸੇਵਾ ਕਰਨ ਕਰਕੇ ਤੂੰ ਇਹ ਫਲ ਪ੍ਰਾਪਤ ਕੀਤਾ ਹੈ। ਗੁਰੂ ਬਣ ਕੇ ਸਭ ਪਾਸੋਂ ਚਰਨਾਂ ਦੀ ਪੂਜਾ ਕਰਾਓ ਅਤੇ ਹੋਰ ਕੋਈ ਸ਼ੰਕਾ ਮਨ ਵਿੱਚ ਨਾ ਲਿਆਓ। ਮੇਰੇ ਰੁਮਾਲ ਵਿੱਚ ਸਭ ਸਿੱਧੀਆਂ ਭਰੀਆਂ ਹਨ। ਤੇਰਾ ਮਨ ਉਹਨਾਂ ਸਿੱਧੀਆਂ ਵਿੱਚ ਹੀ ਮਗਨ ਹੋ ਗਿਆ। ਉਹਨਾਂ ਕਰਕੇ ਤੇਰੇ ਮਨ ਵਿੱਚ ਹੰਕਾਰ ਆ ਗਿਆ ਤੇ ਭਗਤੀ ਮਾਰਗ ਨੂੰ ਭੁੱਲ ਗਿਆ। ਇਸ ਕਾਰਨ ਪਰਲੋਕ ਦੀ ਗਤੀ ਵਿਗੜ ਜਾਣੀ ਸੀ। ਇਸ ਕਰਕੇ ਮੈਂ ਸਾਰੀਆਂ ਸ਼ਕਤੀਆਂ ਵਾਪਸ ਲੈ ਲਈਆਂ। ਮੈਂ ਹਰ ਤਰ੍ਹਾਂ ਨਾਲ ਤੇਰੀ ਰੱਖਿਆ ਕੀਤੀ ਹੈ। ਹੁਣ ਸਦਾ ਹੀ ਸਤਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਆਪਣਾ ਜਾਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਸਾਵਨ ਮੱਲ ਨੂੰ ਦੋਹਾਂ ਲੋਕਾਂ ਦਾ ਸੁਖ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।